प्यारे विद्यार्थियों, स्वागत है तुहाडा मेरे यूट्यूब चैनल ਸਾਹਿਤਿਕ ਜਾਣਕਾਰੀ ਤੇ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਕਿੱਸਾ ਕਾਵਿ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਪੜਾਂਗੇ ਤੇ ਇਸ ਤੋਂ ਪਹਿਲਾਂ ਆਪਾਂ ਕਿੱਸਾ ਕਾਵਿ ਦਾ ਆਰੰਭ ਤੇ ਵਿਕਾਸ ਪੜ ਚੁੱਕੇ ਹਾਂ। ਜੇ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਉਸ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਵਿੱਚ ਪਾ ਦੇਵਾਂਗੀ, ਉਹ ਦੇਖ ਲੈਣਾ ਧਿਆਨ ਨਾਲ। ਤੇ ਚਲੋ ਸ਼ੁਰੂ ਕਰਦੇ ਹਾਂ ਅੱਜ ਦੇ ਪ੍ਰਸ਼ਨ ਉੱਤਰ। ਵਾਰਿਸ ਸ਼ਾਹ ਦਾ ਜਨਮ ਕਦੋਂ ਤੇ ਕਿੱਥੇ ਹੋਇਆ? 1734 ਈਸਵੀ ਨੂੰ ਰਾਵਲਪਿੰਡੀ, 1735 ਨੂੰ ਜੰਡਿਆਲਾ ਸ਼ੇਰ ਖਾਂ, 1936 ਨੂੰ ਜਗਦੇਓਂ ਕਲਾਂ ਅੰਮ੍ਰਿਤਸਰ ਕਿ 1937 ਨੂੰ ਐਬਟਾਬਾਦ। ਤਾਂ ਸਹੀ ਉੱਤਰ ਹੈ ਸਾਡਾ ਆੜਾ 1735 ਨੂੰ ਜੰਡਿਆਲਾ ਸ਼ੇਰ ਖਾਂ ਵਿੱਚ ਹੋਇਆ। ਵਾਰਿਸ ਸ਼ਾਹ ਦਾ ਕਿਹੜਾ ਕਿੱਸਾ ਸਭ ਤੋਂ ਪ੍ਰਸਿੱਧ ਹੈ? ਹੀਰ ਰਾਂਝਾ, ਸੋਹਣੀ ਮਹੀਵਾਲ, ਸੱਸੀ ਪੁੰਨੂ, ਯੂਸਫ ਜ਼ੁਲੈਖਾਂ। ਤਾਂ ਸਹੀ ਉੱਤਰ ਹੈ ਸਾਡਾ ਊੜਾ ਹੀਰ ਰਾਂਝਾ ਇਸ ਦਾ ਸਭ ਤੋਂ ਪ੍ਰਸਿੱਧ ਕਿੱਸਾ ਹੈ। ਵਾਰਿਸ ਸ਼ਾਹ ਨੇ ਵਿੱਦਿਆ ਕਿੱਥੇ ਪ੍ਰਾਪਤ ਕੀਤੀ? ਸ਼ੇਖੂਪੁਰਾ, ਕਸੂਰ, ਮਲਕਾ ਹਾਂਸ ਕਿ ਪਾਕਪਟਨ। ਤਾਂ ਸਹੀ ਉੱਤਰ ਹੈ ਸਾਡਾ ਆੜਾ ਕਸੂਰ। ਜਦੋਂ ਉਹ ਭਰਜਾਈਆਂ ਦੇ ਮਿਹਣਿਆਂ ਤੋਂ ਤੰਗ ਆ ਕੇ ਕਸੂਰ ਚਲਾ ਗਿਆ ਸੀ ਤੇ ਉੱਥੇ ਜਾ ਕੇ ਉਹਨੇ ਵਿੱਦਿਆ ਪ੍ਰਾਪਤ ਕੀਤੀ। ਇਹ ਤੁਹਾਨੂੰ ਮੈਂ ਵਾਰਿਸ ਸ਼ਾਹ ਦੀ ਵੀਡੀਓ ਦੇ ਵਿੱਚ ਵੀ ਪੜ੍ਹਾ ਚੁੱਕੀ ਹਾਂ, ਇਸ ਕਰਕੇ ਉਹਦੇ ਵਿੱਚ ਵੀ ਧਿਆਨ ਨਾਲ ਪੜ੍ਹਿਓ। ਕਿਸ ਨੇ ਆਪਣੇ ਕਿੱਸੇ ਦੀ ਆਪ ਹੀ ਗਾਇਕੀ ਸ਼ੁਰੂ ਕੀਤੀ? ਪੀਲੂ ਨੇ, ਕਾਦਰ ਯਾਰ ਨੇ, ਵਾਰਿਸ ਸ਼ਾਹ ਨੇ ਕਿ ਹਾਸ਼ਮ ਸ਼ਾਹ ਨੇ। ਤਾਂ ਸਹੀ ਉੱਤਰ ਹੈ ਸਾਡਾ ਈੜੀ ਵਾਰਿਸ ਸ਼ਾਹ। ਵਾਰਿਸ ਸ਼ਾਹ ਦਾ ਹੀਰ ਦਾ ਕਿੱਸਾ ਲਿਖਣ ਲਈ ਕਿਸ ਨੇ ਪ੍ਰੇਰਿਆ? ਤਾਂ ਉਸਨੂੰ ਕਿਸ ਨੇ ਪ੍ਰੇਰਿਆ ਸੀਗਾ? ਭਾਗ ਦੇਵੀ ਨੇ, ਭਾਗ ਮਰੀ ਨੇ, ਭਾਗ ਭਰੀ ਨੇ ਕਿ ਭਾਗ ਰਾਣੀ ਨੇ। ਤਾਂ ਸਹੀ ਉੱਤਰ ਹੈ ਸਾਡਾ ਈੜੀ ਭਾਗ ਭਰੀ ਨੇ ਉਸਨੂੰ ਪ੍ਰੇਰਿਆ ਸੀ ਕਿੱਸਾ ਲਿਖਣ ਲਈ, ਕਿਉਂਕਿ ਉਸਦੇ ਕਿੱਸੇ ਵਿੱਚ ਇਹ ਨਾਮ ਕਈ ਥਾਵਾਂ 'ਤੇ ਆਇਆ। ਪੀਲੂ ਨੇ ਕਿਹੜਾ ਕਿੱਸਾ ਲਿਖਿਆ? ਮਿਰਜ਼ਾ ਸਾਹਿਬਾਂ, ਹੀਰ ਰਾਂਝਾ, ਸੱਸੀ ਪੁੰਨੂ, ਯੂਸਫ ਜ਼ੁਲੈਖਾਂ। ਸਹੀ ਉੱਤਰ ਹੈ ਸਾਡਾ ਊੜਾ ਮਿਰਜ਼ਾ ਸਾਹਿਬਾਂ। ਅਗਲਾ ਪ੍ਰਸ਼ਨ ਦੇਖੋ। ਪੀਲੂ ਦੇ ਕਿੱਸੇ ਵਿੱਚੋਂ ਕਿਸ ਦੀ ਜਾਣਕਾਰੀ ਮਿਲਦੀ ਹੈ? ਸਮਕਾਲੀ ਲੋਕ ਵਿਸ਼ਵਾਸਾਂ ਦੀ, ਸਮਕਾਲੀ ਸੱਭਿਆਚਾਰ ਦੀ, ਸਮਕਾਲੀ ਰਸਮ ਰਿਵਾਜਾਂ ਦੀ ਕਿ ਉਪਰੋਕਤ ਸਾਰੇ। ਤਾਂ ਸਹੀ ਉੱਤਰ ਹੈ ਸਾਡਾ ਸੱਸਾ ਉਪਰੋਕਤ ਸਾਰੇ। ਸਾਰੀਆਂ ਚੀਜ਼ਾਂ ਦੀ ਜਿਹੜੀ ਜਾਣਕਾਰੀ ਹੈ ਉਹ ਪੀਲੂ ਦੇ ਕਿੱਸੇ ਵਿੱਚੋਂ ਮਿਲਦੀ ਹੈ। ਪੀਲੂ ਨੇ ਆਪਣੇ ਕਿੱਸੇ ਵਿੱਚ ਕਿਹੜੀਆਂ ਭਾਸ਼ਾਵਾਂ ਦੇ ਸ਼ਬਦਾਂ ਦੀ ਵਰਤੋਂ ਕੀਤੀ ਹੈ? ਪੰਜਾਬੀ, ਉਰਦੂ, ਫਾਰਸੀ, ਅਰਬੀ ਕਿ ਉਪਰੋਕਤ ਸਾਰੇ। ਤਾਂ ਸਹੀ ਉੱਤਰ ਹੋਵੇਗਾ ਸਾਡਾ ਸੱਸਾ। ਉਸਨੇ ਸਾਰੀਆਂ ਭਾਸ਼ਾਵਾਂ ਜਿਹੜੀਆਂ ਇੱਥੇ ਲਿਖੀਆਂ ਹੋਈਆਂ ਉਹਨਾਂ ਦੇ ਸ਼ਬਦਾਂ ਦੀ ਵਰਤੋਂ ਕੀਤੀ ਹੈ। ਭਾਸ਼ਾ ਸ਼ੈਲੀ ਪੱਖੋਂ ਪੀਲੂ ਲਿਖਾਰੀ ਸੀ ਪੂਰੀ ਤਰ੍ਹਾਂ ਜਾਣੂ, ਸੁਚੇਤ, ਨਿਪੁੰਨ ਕਿ ਉਪਰੋਕਤ ਸਾਰੇ। ਤਾਂ ਸਹੀ ਉੱਤਰ ਹੋਵੇਗਾ ਸਾਡਾ ਉਪਰੋਕਤ ਸਾਰੇ। ਇਹਨਾਂ ਸਾਰੀਆਂ ਚੀਜ਼ਾਂ ਤੋਂ ਉਹ ਜਾਣੂ ਸੀਗਾ ਭਾਸ਼ਾ ਸ਼ੈਲੀ ਦੇ ਪੱਖੋਂ। ਹਾਸ਼ਮ ਸ਼ਾਹ ਕਿਹੜੇ ਕਾਲ ਦਾ ਸਭ ਤੋਂ ਵੱਡਾ ਕਿੱਸਾਕਾਰ ਸੀ? ਰਣਜੀਤ ਸਿੰਘ ਕਾਲ ਦਾ, ਸ਼ਾਹਜਹਾਂ ਕਾਲ ਦਾ, ਬਹਾਦਰ ਸ਼ਾਹ ਕਾਲ ਦਾ ਕਿ ਬਹਾਦਰ ਸ਼ਾਹ ਜ਼ਫਰ ਕਾਲ ਦਾ। ਤਾਂ ਸਹੀ ਉੱਤਰ ਹੈ ਸਾਡਾ ਊੜਾ ਰਣਜੀਤ ਸਿੰਘ ਕਾਲ ਦਾ ਹਾਸ਼ਮ ਸੀ ਜਿਹੜਾ ਉਹ ਸਭ ਤੋਂ ਵੱਡਾ ਕਿੱਸਾਕਾਰ ਸੀਗਾ। ਹਾਸ਼ਮ ਸ਼ਾਹ ਦਾ ਜਨਮ ਕਦੋਂ ਹੋਇਆ? 1734 ਈਸਵੀ ਵਿੱਚ, 1735 ਈਸਵੀ ਵਿੱਚ, 1736 ਕਿ 1737। ਤਾਂ ਸਹੀ ਉੱਤਰ ਹੈ ਸਾਡਾ ਆੜਾ 1735 ਈਸਵੀ ਵਿੱਚ। ਵੈਸੇ ਹਾਸ਼ਮ ਸ਼ਾਹ ਦੇ ਜਨਮ ਬਾਰੇ ਕਈ ਹੋਰ ਤਿਥਾਂ ਵੀ ਦਿੱਤੀਆਂ ਹੋਈਆਂ, ਜਿਵੇਂ 1752, 1753 ਜਾਂ 1772, ਪਰ ਸਹੀ ਇੱਥੇ ਇਹਦਾ ਹੈਗਾ 1735 ਈਸਵੀ ਦੇ ਵਿੱਚ ਜਗਦੇਓਂ ਕਲਾਂ ਅੰਮ੍ਰਿਤਸਰ ਦੇ ਵਿੱਚ ਇਹਦਾ ਜਨਮ ਹੋਇਆ। ਹਾਫਿਜ਼ ਬਰਖੁਰਦਾਰ ਨੇ ਕਿੰਨੇ ਕਿੱਸੇ ਲਿਖੇ? 1, 2, 3 ਕਿ 4। ਤਾਂ ਸਹੀ ਉੱਤਰ ਹੈ ਸਾਡਾ ਈੜੀ 3। ਹਾਫਿਜ਼ ਬਰਖੁਰਦਾਰ ਨੇ 3 ਕਿੱਸੇ ਲਿਖੇ। ਮਿਰਜ਼ਾ ਸਾਹਿਬਾਂ, ਯੂਸਫ ਜ਼ੁਲੈਖਾਂ ਤੇ ਸੱਸੀ ਪੁੰਨੂ ਦਾ ਕਿੱਸਾ। ਇਹ ਤਿੰਨੋਂ ਕਿੱਸੇ ਆ ਜਿਹੜੇ ਉਹ ਹਾਫਿਜ਼ ਬਰਖੁਰਦਾਰ ਨੇ ਲਿਖੇ ਆ। ਅਗਲਾ ਦੇਖੋ। ਹਾਫਿਜ਼ ਬਰਖੁਰਦਾਰ ਦੇ ਕਿੱਸੇ ਮਿਰਜ਼ਾ ਸਾਹਿਬਾਂ ਦੀ ਕਹਾਣੀ ਕਿਹੜੇ ਕਵੀ ਦੇ ਕਿੱਸੇ ਦੀ ਕਹਾਣੀ ਨਾਲ ਮਿਲਦੀ ਜੁਲਦੀ ਹੈ? ਤਾਂ ਪੀਲੂ ਦੇ, ਹਾਸ਼ਮ ਸ਼ਾਹ ਦੇ, ਦਮੋਦਰ ਦੇ ਕਿ ਉਪਰੋਕਤ ਚੋਂ ਕੋਈ ਨਹੀਂ। ਤਾਂ ਸਹੀ ਉੱਤਰ ਹੈ ਸਾਡਾ ਊੜਾ ਪੀਲੂ ਦੇ ਕਿੱਸੇ ਦੇ ਨਾਲ ਮਿਲਦੀ ਜੁਲਦੀ ਕਹਾਣੀ ਆ। ਹੇਠ ਲਿਖਿਆਂ ਵਿੱਚੋਂ ਕਿਹੜਾ ਕਿੱਸਾ ਹਾਫਿਜ਼ ਬਰਖੁਰਦਾਰ ਨੇ ਲਿਖਿਆ ਹੈ? ਮਿਰਜ਼ਾ ਸਾਹਿਬਾਂ, ਸੱਸੀ ਪੁੰਨੂ, ਯੂਸਫ ਜ਼ੁਲੈਖਾਂ ਕਿ ਉਪਰੋਕਤ ਸਾਰੇ। ਤੇ ਸਹੀ ਉੱਤਰ ਹੋਵੇਗਾ ਸਾਡਾ ਸੱਸਾ ਉਪਰੋਕਤ ਸਾਰੇ। ਤਿੰਨੋਂ ਕਿੱਸੇ ਆ ਜਿਹੜੇ ਉਹ ਹਾਫਿਜ਼ ਬਰਖੁਰਦਾਰ ਦੇ ਲਿਖੇ ਹੋਏ ਆ। ਹਾਫਿਜ਼ ਬਰਖੁਰਦਾਰ ਨੇ ਮਿਰਜ਼ਾ ਸਾਹਿਬਾਂ ਦੇ ਕਿੱਸੇ ਦਾ ਛੰਦ ਕਿਹੜਾ ਵਰਤਿਆ? ਤੇ ਕਿਹੜਾ ਛੰਦ ਵਰਤਿਆ ਉਸਨੇ? ਪੀਲੂ ਵਾਲਾ, ਕਿਉਂਕਿ ਉਹਦੀ ਕਹਾਣੀ ਹੈ ਜਿਹੜੀ ਉਹ ਪੀਲੂ ਦੇ ਨਾਲ ਮਿਲਦੀ ਜੁਲਦੀ ਹੈ, ਇਸ ਕਰਕੇ ਈੜੀ ਉੱਤਰ ਸਾਡਾ ਸਹੀ ਹੋਵੇਗਾ। ਕਿੱਸਾ ਸ਼ਬਦ ਕਿਸ ਭਾਸ਼ਾ ਤੋਂ ਆਇਆ ਹੈ? ਸੰਸਕ੍ਰਿਤ, ਫਾਰਸੀ, ਅਰਬੀ ਕਿ ਪੰਜਾਬੀ। ਤਾਂ ਸਹੀ ਉੱਤਰ ਹੈ ਸਾਡਾ ਆੜਾ ਫਾਰਸੀ ਤੋਂ ਆਇਆ ਹੈ। ਪੰਜਾਬੀ ਦਾ ਕਿੱਸਾ ਸ਼ਬਦ ਸੰਸਕ੍ਰਿਤ ਦੇ ਕਿਸ ਸ਼ਬਦ ਤੋਂ ਵਿਕਸਿਤ ਹੋਇਆ? ਕਵਿਤਾ, ਪੂਰਨ ਕਹਾਣੀ, ਕਥਾ ਕਿ ਪਾਠ। ਤਾਂ ਸਹੀ ਉੱਤਰ ਹੈ ਸਾਡਾ ਈੜੀ ਕਥਾ ਤੋਂ ਹੋਇਆ।
ਪੰਜਾਬੀ ਵਿੱਚ ਕਿਹੜਾ ਕਿੱਸਾ ਸਭ ਤੋਂ ਵਧੇਰੇ ਲਿਖਿਆ ਗਿਆ? ਹੀਰ ਰਾਂਝਾ, ਸੱਸੀ ਪੁੰਨੂ, ਯੂਸਫ ਜ਼ੁਲੈਖਾਂ ਕਿ ਸੋਹਣੀ ਮਹੀਂਵਾਲ। ਤਾਂ ਸਹੀ ਉੱਤਰ ਹੈ ਸਾਡਾ ਊੜਾ, ਹੀਰ ਰਾਂਝਾ ਸਭ ਤੋਂ ਵਧੇਰੇ ਲਿਖਿਆ ਗਿਆ ਪੰਜਾਬੀ ਦੇ ਵਿੱਚ। ਕਿੱਸਾ ਕਾਵਿ ਦਾ ਬੋਲਬਾਲਾ ਕਦੋਂ ਤੱਕ ਰਿਹਾ? 17ਵੀਂ ਸਦੀ ਤੱਕ, 18ਵੀਂ ਸਦੀ ਤੱਕ, 19ਵੀਂ ਸਦੀ ਤੱਕ ਕਿ 19ਵੀਂ ਸਦੀ ਦੇ ਪਿਛਲੇ ਅੱਧ ਤੱਕ। ਤਾਂ ਸਹੀ ਉੱਤਰ ਹੈ ਸਾਡਾ ਸੱਸਾ, 19ਵੀਂ ਸਦੀ ਦੇ ਪਿਛਲੇ ਅੱਧ ਤੱਕ। ਪੰਜਾਬੀ ਵਿੱਚ ਸਭ ਤੋਂ ਪਹਿਲਾਂ ਕਿੱਸਾ ਕਿਸ ਨੇ ਲਿਖਿਆ? ਦਮੋਦਰ ਨੇ, ਪੁੱਛਿਆ ਨੇ, ਪੀਲੂ ਨੇ ਕਿ ਹਾਫਿਜ਼ ਬਰਖੁਰਦਾਰ ਨੇ। ਤੇ ਇਹਦੇ ਵਿੱਚ ਪੁੱਛਿਆ ਦਾ ਨਾਮ ਆਉਂਦਾ ਪੂਰਵ ਨਾਨਕ ਕਾਲ ਦੇ ਵਿੱਚ ਉਸਨੇ ਇਹ ਕਿੱਸਾ ਲਿਖਿਆ। ਇਸ ਕਰਕੇ ਜਦੋਂ ਇਹ ਆ ਗਿਆ ਵਿੱਚ ਤਾਂ ਆਪਾਂ ਇਹੀ ਆਪਸ਼ਨ ਨੂੰ ਸਹੀ ਮੰਨਾਂਗੇ। ਤਾਂ ਸਹੀ ਆਪਸ਼ਨ ਹੈ ਸਾਡੀ ਆੜਾ। ਸਭ ਤੋਂ ਪਹਿਲਾਂ ਪੰਜਾਬੀ ਕਿੱਸਾ ਕਿਹੜਾ ਲਿਖਿਆ ਗਿਆ? ਸੱਸੀ ਪੁੰਨੂ, ਹੀਰ ਰਾਂਝਾ, ਯੂਸਫ ਜ਼ੁਲੈਖਾਂ ਕਿ ਸੋਹਣੀ ਮਹੀਂਵਾਲ। ਤਾਂ ਸਹੀ ਉੱਤਰ ਹੈ ਸਾਡਾ ਆੜਾ, ਹੀਰ ਰਾਂਝਾ। ਪੰਜਾਬੀ ਕਿੱਸਾਕਾਰਾਂ ਵਿੱਚੋਂ ਪ੍ਰਮੁੱਖ ਤੌਰ ਤੇ ਸਭ ਤੋਂ ਪਹਿਲਾਂ ਕਿੱਸਾਕਾਰ ਕੌਣ ਹੈ? ਦਮੋਦਰ, ਪੀਲੂ, ਹਾਫਿਜ਼ ਬਰਖੁਰਦਾਰ ਕਿ ਹਾਸ਼ਮ ਸ਼ਾਹ। ਤਾਂ ਸਹੀ ਉੱਤਰ ਹੈ ਸਾਡਾ ਊੜਾ, ਦਮੋਦਰ। ਕਿੱਸਿਆਂ ਰਾਹੀਂ ਕਿਸ ਚੀਜ਼ ਦਾ ਪ੍ਰਚਾਰ ਵਧਣ ਲੱਗਾ? ਸਦਾਚਾਰ, ਸੂਫੀਵਾਦ, ਕੱਟੜ ਇਸਲਾਮ ਕਿ ਉਪਰੋਕਤ ਸਾਰੇ। ਤਾਂ ਸਹੀ ਉੱਤਰ ਹੈ ਸਾਡਾ ਸੱਸਾ, ਉਪਰੋਕਤ ਸਾਰੇ। ਹਾਸ਼ਮ ਦੀ ਸਾਰੀ ਰਚਨਾ ਹੈ ਗੀਤ ਕਾਵਿ, ਲੋਕ ਕਾਵਿ, ਪ੍ਰੀਤ ਕਾਵਿ ਕਿ ਸੰਗੀਤ ਕਾਵਿ। ਤਾਂ ਸਹੀ ਉੱਤਰ ਹੈ ਸਾਡਾ ਈੜੀ, ਪ੍ਰੀਤ ਕਾਵਿ। ਹਾਸ਼ਮ ਦੀ ਰਚਨਾ ਉੱਤੇ ਕਿਸ ਦਾ ਰੰਗ ਛਾਇਆ ਹੋਇਆ ਹੈ? ਦਰਦ ਦਾ, ਸੋਜ਼ ਦਾ, ਫਿਰਾਕ ਦਾ ਕਿ ਉਪਰੋਕਤ ਸਾਰੇ। ਤਾਂ ਸਹੀ ਉੱਤਰ ਹੋਵੇਗਾ ਸਾਡਾ ਸੱਸਾ, ਉਪਰੋਕਤ ਸਾਰੇ। ਹਾਸ਼ਮ ਨੇ ਆਪਣੀ ਰਚਨਾ ਵਿੱਚ ਕਿਹੜੇ ਅਲੰਕਾਰਾਂ ਦੀ ਵਰਤੋਂ ਕੀਤੀ ਹੈ? ਰੂਪਕ, ਉਪਮਾ ਤੇ ਅਨੁਪ੍ਰਾਸ, ਅਤਕਥਨੀ ਕਿ ਉਪਰੋਕਤ ਸਾਰੇ। ਤਾਂ ਸਾਰੇ ਇਹ ਅਲੰਕਾਰ ਜਿਹੜੇ ਇੱਥੇ ਦਿੱਤੇ ਹੋਏ ਆ ਸਾਰਿਆਂ ਦੀ ਵਰਤੋਂ ਕੀਤੀ ਹੈ। ਸਹੀ ਉੱਤਰ ਹੋਵੇਗਾ ਸੱਸਾ, ਉਪਰੋਕਤ ਸਾਰੇ। ਕਾਦਰ ਯਾਰ ਦਾ ਕਿਹੜਾ ਕਿੱਸਾ ਘਰ ਘਰ ਪ੍ਰਸਿੱਧ ਹੋਇਆ? ਪੂਰਨ ਭਗਤ, ਹੀਰ ਰਾਂਝਾ, ਦੁੱਲਾ ਭੱਟੀ ਕਿ ਸੱਸੀ ਪੁੰਨੂ। ਤਾਂ ਸਹੀ ਉੱਤਰ ਹੈ ਸਾਡਾ ਊੜਾ, ਪੂਰਨ ਭਗਤ, ਕਾਦਰ ਯਾਰ ਦਾ ਕਿੱਸਾ। ਕਾਦਰ ਯਾਰ ਦੇ ਕਿੱਸੇ ਵਿੱਚ ਕਿੰਨੀਆਂ ਸ਼ਿਹਰਫੀਆਂ ਮਿਲਦੀਆਂ ਹਨ? 2, 3, 4 ਜਾਂ 5। ਤਾਂ ਸਹੀ ਉੱਤਰ ਹੈ ਸਾਡਾ ਸੱਸਾ, 5 ਸ਼ਿਹਰਫੀਆਂ ਮਿਲਦੀਆਂ। ਕਾਦਰ ਯਾਰ ਦੀ ਕਵਿਤਾ ਦੇ ਵੱਡੇ ਗੁਣ ਕਿਹੜੇ ਹਨ? ਸਾਦਗੀ, ਸੁਭਾਵਿਕਤਾ, ਊੜਾ ਤੇ ਆੜਾ ਦੋਵੇਂ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਸਹੀ ਉੱਤਰ ਹੈ ਸਾਡਾ ਈੜੀ, ਊੜਾ ਤੇ ਆੜਾ ਦੋਵੇਂ ਜਿਹੜੀਆਂ ਵੱਡੇ ਗੁਣ ਹੈ ਇਹ ਮਿਲਦੇ ਆ। ਕਾਦਰ ਯਾਰ ਕਿਹੜੀ ਕਲਾ ਦਾ ਮਾਹਿਰ ਸੀ? ਬਿਰਤਾਂਤ, ਵਰਣਨ, ਲੇਖਨ ਕਿ ਕਿੱਸਾ। ਤਾਂ ਸਹੀ ਉੱਤਰ ਹੈ ਸਾਡਾ ਊੜਾ, ਬਿਰਤਾਂਤ ਦਾ ਮਾਹਿਰ ਸੀਗਾ। ਕਾਦਰ ਯਾਰ ਦੀ ਕਵਿਤਾ ਵਿੱਚ ਕਿਹੜਾ ਅੰਸ਼ ਕਾਫੀ ਜ਼ਿਆਦਾ ਮਾਤਰਾ ਵਿੱਚ ਮਿਲਦਾ? ਸੁੰਦਰਤਾ ਦਾ ਅੰਸ਼, ਵਰਣਨ ਦਾ ਅੰਸ਼, ਰੋਮਾਂਚਕ ਅੰਸ਼ ਕਿ ਵਾਰਤਾਲਾਪ ਦਾ ਅੰਸ਼। ਤਾਂ ਸਹੀ ਉੱਤਰ ਹੈ ਸਾਡਾ ਈੜੀ, ਰੋਮਾਂਚਕ ਅੰਸ਼। ਪੰਜਾਬੀ ਕਿੱਸਾ ਕਾਵਿ ਦਾ ਪਿਤਾਮਾ ਕੌਣ ਹੈ? ਵਾਰਿਸ ਸ਼ਾਹ, ਦਮੋਦਰ, ਕਾਦਰ ਯਾਰ ਕਿ ਹਾਸ਼ਮ ਸ਼ਾਹ। ਤਾਂ ਸਹੀ ਉੱਤਰ ਹੈ ਸਾਡਾ ਆੜਾ, ਦਮੋਦਰ ਹੈ ਜਿਹੜਾ ਉਹ ਪੰਜਾਬੀ ਕਿੱਸਾ ਕਾਵਿ ਦਾ ਪਿਤਾਮਾ। ਕਿੱਸਾ ਕਾਵਿ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਵੀ ਦਮੋਦਰ ਨੇ ਸਭ ਤੋਂ ਪਹਿਲਾਂ ਪੰਜਾਬੀ ਦੇ ਵਿੱਚ ਕਿੱਸਾ ਲਿਖਿਆ ਹੀਰ ਰਾਂਝਾ ਦਾ, ਇਸ ਕਰਕੇ ਉਸ ਨੂੰ ਕਿੱਸਾ ਕਾਵਿ ਦਾ ਪਿਤਾਮਾ ਮੰਨਿਆ ਗਿਆ। ਦਮੋਦਰ ਕਿਸ ਦਾ ਸਮਕਾਲੀ ਸੀ? ਅਕਬਰ ਦਾ, ਔਰੰਗਜ਼ੇਬ ਦਾ, ਬਹਾਦਰ ਸ਼ਾਹ ਦਾ ਕਿ ਬਹਾਦਰ ਸ਼ਾਹ ਜ਼ਫਰ ਦਾ। ਤਾਂ ਸਹੀ ਉੱਤਰ ਹੈ ਸਾਡਾ ਊੜਾ, ਅਕਬਰ ਦਾ ਸਮਕਾਲੀ ਸੀ ਤੇ ਆਪਦੇ ਕਿੱਸੇ ਦੇ ਵਿੱਚ ਕਈ ਥਾਵਾਂ ਤੇ ਉਸਨੇ ਇਸ ਦਾ ਜ਼ਿਕਰ ਵੀ ਕੀਤਾ। ਪੰਜਾਬੀ ਸਾਹਿਤ ਵਿੱਚ ਸਭ ਤੋਂ ਪਹਿਲਾਂ ਹੀਰ ਰਾਂਝੇ ਦਾ ਕਿੱਸਾ ਕਿਸ ਨੇ ਲਿਖਿਆ? ਵਾਰਿਸ ਸ਼ਾਹ ਨੇ, ਪੀਲੂ ਨੇ, ਦਮੋਦਰ ਨੇ ਕਿ ਕਾਦਰ ਯਾਰ ਨੇ। ਤਾਂ ਹੀਰ ਰਾਂਝੇ ਦਾ ਕਿੱਸਾ ਸਭ ਤੋਂ ਪਹਿਲਾਂ ਦਮੋਦਰ ਨੇ ਲਿਖਿਆ। ਦਮੋਦਰ ਨੇ ਕਿਹੜੀ ਪ੍ਰੀਤ ਕਹਾਣੀ ਨੂੰ ਅੱਖੀਂ ਵੇਖਣ ਦੀ ਥਾਂ ਥਾਂ ਦਾਅਵਾ ਕੀਤਾ ਹੈ? ਉਸਨੇ ਕਿਹਾ ਵੀ ਅੱਖੀਂ ਵੇਖਣ ਦਾ ਥਾਂ ਥਾਂ ਦਾਅਵਾ ਕੀਤਾ ਉਹਨੇ ਵੀ ਕਹੇ ਦਮੋਦਰ ਮੈਂ ਅੱਖੀਂ ਡਿੱਠਾ। ਠੀਕ ਹੈ, ਤੇ ਇਸ ਜਿਹੜਾ ਇਹ ਗੱਲਾਂ ਦਾ ਉਹਨੇ ਦਾਅਵਾ ਕੀਤਾ ਇਹ ਉਸਨੇ ਹੀਰ ਰਾਂਝੇ ਦੀ ਪ੍ਰੀਤ ਕਹਾਣੀ ਦੇ ਵਿੱਚ ਕੀਤਾ। ਤੇ ਈੜੀ ਉੱਤਰ ਸਾਡਾ ਸਹੀ ਹੋਵੇਗਾ। ਦਮੋਦਰ ਦਾ ਕਿੱਸਾ ਕਿਹੜੇ ਰਸ ਦਾ ਸੁਮੇਲ ਹੈ? ਸ਼ਿੰਗਾਰ ਰਸ, ਵੀਰ ਰਸ, ਹਾਸ ਰਸ ਦਾ ਕਿ ਉਪਰੋਕਤ ਸਾਰੇ। ਤਾਂ ਇਹ ਤਿੰਨੋਂ ਰਸ ਹੈ ਜਿਹੜੇ ਉਹ ਦਮੋਦਰ ਦੇ ਕਿੱਸੇ ਦੇ ਵਿੱਚ ਮਿਲਦੇ ਆ। ਤੇ ਸਹੀ ਉੱਤਰ ਹੈ ਸਾਡਾ ਸੱਸਾ। ਹਾਫਿਜ਼ ਬਰਖੁਰਦਾਰ ਕਿਸ ਦਾ ਸਮਕਾਲੀ ਸੀ? ਅਕਬਰ ਦਾ, ਸ਼ਾਹਜਹਾਂ ਦਾ, ਔਰੰਗਜ਼ੇਬ ਦਾ ਕਿ ਬਹਾਦਰ ਸ਼ਾਹ ਦਾ। ਤੇ ਸਹੀ ਉੱਤਰ ਹੈ ਸਾਡਾ ਆੜਾ, ਸ਼ਾਹਜਹਾਂ ਦਾ ਉਹ ਸਮਕਾਲੀ ਸੀਗਾ। ਅਕਬਰ ਦਾ ਦਰਬਾਰੀ ਕਵੀ ਕੌਣ ਸੀ? ਦਮੋਦਰ, ਗੰਗਾ ਭੱਟ, ਪੀਲੂ ਕਿ ਹਾਸ਼ਮ ਸ਼ਾਹ। ਤੇ ਸਹੀ ਉੱਤਰ ਹੈ ਸਾਡਾ ਆੜਾ, ਗੰਗਾ ਭੱਟ। ਦਮੋਦਰ ਨੇ ਕਿਹੜੇ ਛੰਦ ਵਿੱਚ ਕਿੱਸਾ ਲਿਖਿਆ? ਕੋਰੜਾ, ਸਿਰਖੰਡੀ, ਦਵਈਆ ਕਿ ਬੈਂਤ। ਤਾਂ ਸਹੀ ਉੱਤਰ ਹੈ ਸਾਡਾ ਈੜੀ, ਦਵਈਆ ਛੰਦ ਵਿੱਚ।
ਦਮੋਦਰ ਉੱਪਰ ਕਿਸ ਉਪਭਾਸ਼ਾ ਦਾ ਪ੍ਰਭਾਵ ਸੀ? ਮਾਝੀ, ਮਲਵਈ, ਦੁਆਬੀ ਕਿ ਲਹਿੰਦੀ? ਤਾਂ ਸਹੀ ਉੱਤਰ ਹੈ ਸਾਡਾ ਸੱਸਾ, ਲਹਿੰਦੀ ਦਾ ਪ੍ਰਭਾਵ ਸੀਗਾ। ਸਭ ਤੋਂ ਵੱਧ ਵਰਤੋਂ ਦਮੋਦਰ ਨੇ ਆਪਣੇ ਕਿੱਸੇ ਵਿੱਚ ਕਿੰਨਾਂ ਸ਼ਬਦਾਂ ਦੀ ਕੀਤੀ ਹੈ? ਪਾਤਸ਼ਾਹੀ, ਮੈਂ ਆਖਿਆ, ਆਖ ਦਮੋਦਰ ਅੱਖੀਂ ਡਿੱਠਾ ਕਿ ਉਪਰੋਕਤ ਕੋਈ ਨਹੀਂ? ਤਾਂ ਸਹੀ ਉੱਤਰ ਹੈ ਸਾਡਾ ਈੜੀ, ਆਖ ਦਮੋਦਰ ਅੱਖੀਂ ਡਿੱਠਾ। ਦਮੋਦਰ ਦਾ ਸਾਰਾ ਕਿੱਸਾ ਕਿੰਨੇ ਬੰਦਾਂ ਵਿੱਚ ਲਿਖਿਆ ਗਿਆ ਹੈ? 900 ਤੁਕੇ ਬੰਦ, 870, 945 ਚੌਤੁਕੇ ਬੰਦ ਕਿ 960 ਚੌਤੁਕੇ ਬੰਦ? ਤਾਂ ਸਹੀ ਉੱਤਰ ਹੈ ਸਾਡਾ ਸੱਸਾ, 960 ਚੌਤੁਕੇ ਬੰਦ। ਜੇ 961 ਆਵੇ ਤਾਂ ਉਹ ਵੀ ਸਹੀ ਹੋਵੇਗਾ, ਠੀਕ ਹੈ। 960 ਜਾਂ 61 ਦੇ ਵਿੱਚ ਕਿਹਾ ਜਾਂਦਾ ਇਹਦਾ ਕਿੱਸਾ। ਮਸਨਵੀ ਕਿਸ ਕਾਵ ਰੂਪ ਨਾਲ ਸੰਬੰਧਿਤ ਹੈ? ਕਿ ਗੁਰਮਤਿ ਕਾਵ, ਵੀਰ ਕਾਵ, ਕਿੱਸਾ ਕਾਵ ਕਿ ਸੂਫੀ ਕਾਵ? ਤਾਂ ਸਹੀ ਉੱਤਰ ਹੈ ਸਾਡਾ ਈੜੀ, ਕਿੱਸਾ ਕਾਵ ਦੇ ਨਾਲ ਸੰਬੰਧਿਤ ਹੈ। ਕਿੱਸਾ ਕਾਵ ਦਾ ਪ੍ਰਧਾਨ ਰਸ ਕਿਹੜਾ ਹੈ? ਸ਼ਿੰਗਾਰ ਰਸ, ਕਰੁਣਾ ਰਸ, ਵੀਰ ਰਸ ਕਿ ਅਦਭੁਤ ਰਸ? ਤਾਂ ਸਹੀ ਉੱਤਰ ਹੈ ਸਾਡਾ ਊੜਾ, ਸ਼ਿੰਗਾਰ ਰਸ। ਕਿੱਸਾ ਸਾਹਿਤ ਦਾ ਰਹੱਸਵਾਦੀ ਰੂਪ ਹੈ, ਰੋਮਾਂਸਵਾਦੀ ਰੂਪ ਹੈ, ਇਤਿਹਾਸਿਕ ਰੂਪ ਹੈ ਕਿ ਯਥਾਰਥਵਾਦੀ ਰੂਪ ਹੈ? ਤਾਂ ਸਹੀ ਉੱਤਰ ਹੈ ਸਾਡਾ ਆੜਾ, ਰੋਮਾਂਸਵਾਦੀ ਰੂਪ। ਕਿੱਸਾ ਕਾਵ ਵਿੱਚ ਵੱਧ ਵਰਤਿਆ ਜਾਣ ਵਾਲਾ ਛੰਦ ਹੈ? ਬੈਂਤ, ਦਵਈਆ, ਸਿਰਖੰਡੀ ਕਿ ਨਿਸ਼ਾਨੀ? ਤਾਂ ਸਹੀ ਉੱਤਰ ਹੈ ਸਾਡਾ ਆੜਾ, ਦਵਈਆ ਛੰਦ ਹੈ ਜਿਹੜਾ ਇਹ ਕਿੱਸਾ ਕਾਵ ਵਿੱਚ ਸਭ ਤੋਂ ਵੱਧ ਵਰਤਿਆ ਜਾਂਦਾ ਹੈ। ਪੀਲੂ ਨੇ ਕਿਸ ਕਿੱਸੇ ਨੂੰ ਲਿਖਿਆ? ਇਹਨਾਂ ਦੇ ਵਿੱਚੋਂ ਦੇਖੋ, ਸੱਸੀ ਪੁੰਨੂ, ਹੀਰ ਰਾਂਝਾ, ਮਿਰਜ਼ਾ ਸਾਹਿਬਾਂ ਕਿ ਯੂਸਫ ਜ਼ੁਲੈਖਾਂ? ਤਾਂ ਸਹੀ ਉੱਤਰ ਹੈ ਸਾਡਾ ਈੜੀ, ਮਿਰਜ਼ਾ ਸਾਹਿਬਾਂ ਲਿਖਿਆ ਪੀਲੂ ਨੇ। ਇਹ ਕਿੱਸਾ ਲੋਕ ਕਾਵ ਰੂਪਾਂ ਦੇ ਕਿਹੜੇ ਰੂਪ ਵਿੱਚ ਲਿਖਿਆ ਗਿਆ? ਸੱਦ, ਬਾਰਾਂਮਾਹ, ਟੱਪੇ ਕਿ ਲੋਕਵਾਰ? ਇਹ ਕਿੱਸਾ ਕਿਹੜਾ ਜਾਨੀ ਮਿਰਜ਼ਾ ਸਾਹਿਬਾਂ ਜਿਹੜਾ ਕਿੱਸਾ ਪੀਲੂ ਨੇ ਲਿਖਿਆ ਉਹ ਸੱਦ ਦੇ ਰੂਪ ਵਿੱਚ ਲਿਖਿਆ ਗਿਆ। ਸੱਦ ਊੜਾ ਉੱਤਰ ਆਏਗਾ ਇਹਦਾ। ਸਮੁੱਚੇ ਤੌਰ ਤੇ ਪੀਲੂ ਦੇ ਕਿੱਸੇ ਤੇ ਕਿਸ ਰਸ ਦਾ ਪ੍ਰਭਾਵ ਵਧੇਰੇ ਹੈ? ਵੀਰ ਰਸ, ਕਰੁਣਾ ਰਸ, ਸ਼ਿੰਗਾਰ ਰਸ ਕਿ ਅਦਭੁਤ ਰਸ? ਸਹੀ ਉੱਤਰ ਹੈ ਸਾਡਾ ਆੜਾ, ਕਰੁਣਾ ਰਸ। ਪੀਲੂ ਦੇ ਕਈ ਕਥਨ ਬੋਲੀ ਦੀ ਸਾਦਗੀ ਕਾਰਨ ਕੀ ਬਣ ਗਏ ਹਨ? ਅਲਾਉਣੀਆਂ, ਟੱਪੇ, ਢੋਲੇ ਕਿ ਲਕੋਕਤੀਆਂ? ਤਾਂ ਸਹੀ ਉੱਤਰ ਹੈ ਸਾਡਾ ਸੱਸਾ, ਲਕੋਕਤੀਆਂ ਬਣ ਗਏ ਆ, ਠੀਕ ਹੈ। ਮੇਰੀ ਘੋੜੀ ਤੋਂ ਡਰਨ ਫਰਿਸ਼ਤੇ, ਮੈਥੋਂ ਡਰਨ ਖੁਦਾ, ਇਸ ਵਿੱਚ ਕਿਹੜਾ ਅਲੰਕਾਰ ਵਰਤਿਆ ਗਿਆ ਹੈ? ਯਮਕ, ਰੂਪਕ, ਵੀਪਸਾ ਕਿ ਅਤਕਥਨੀ? ਤਾਂ ਸਹੀ ਉੱਤਰ ਹੈ ਸਾਡਾ ਸੱਸਾ, ਅਤਕਥਨੀ ਅਲੰਕਾਰ ਵਰਤਿਆ ਗਿਆ, ਠੀਕ ਹੈ। ਅਲੰਕਾਰਾਂ ਬਾਰੇ ਜੇ ਕਿਸੇ ਨੇ ਨੌਲੇਜ ਲੈਣੀ ਹੋਵੇ ਤਾਂ ਮੇਰੀ ਇੱਕ ਸਪੈਸ਼ਲ ਵੀਡੀਓ ਅਲੰਕਾਰਾਂ 'ਤੇ ਬਣਾਈ ਵੀ ਹੈ, ਜਿਹਦੇ ਵਿੱਚੋਂ ਕਿ ਤੁਹਾਨੂੰ ਅਲੰਕਾਰ ਦੀ ਸਪੈਸ਼ਲ ਪਛਾਣ ਦੱਸੀ ਗਈ ਹੈ। ਇਸ ਕਰਕੇ ਉਹ ਵੀਡੀਓ ਨੂੰ ਜ਼ਰੂਰ ਦੇਖੋ ਤਾਂ ਕਿ ਤੁਹਾਨੂੰ ਹਰ ਅਲੰਕਾਰ ਦੀ ਪਹਿਚਾਣ ਹੋ ਸਕੇ। ਪੀਲੂ ਦੇ ਕਿੱਸੇ 'ਤੇ ਕਿਸ ਉਪਭਾਸ਼ਾ ਦਾ ਪ੍ਰਭਾਵ ਵਧੇਰੇ ਹੈ? ਮਲਵਈ, ਦੁਆਬੀ, ਪੋਠੋਹਾਰੀ ਕਿ ਮਾਝੀ? ਤਾਂ ਸਹੀ ਉੱਤਰ ਹੈ ਸਾਡਾ ਸੱਸਾ, ਮਾਝੀ ਦਾ ਪ੍ਰਭਾਵ ਜ਼ਿਆਦਾ ਹੈ। ਪੀਲੂ ਦਾ ਕਿੱਸਾ ਕਦੋਂ ਲਿਖਿਆ ਗਿਆ? ਸਿੱਖ ਰਾਜ ਕਾਲ 'ਚ, ਆਧੁਨਿਕ ਕਾਲ 'ਚ, ਪੂਰਵ ਨਾਨਕ ਕਾਲ ਕਿ ਨਾਨਕ ਕਾਲ 'ਚ? ਤਾਂ ਸਹੀ ਉੱਤਰ ਹੈ ਸਾਡਾ ਸੱਸਾ, ਨਾਨਕ ਕਾਲ ਦੇ ਵਿੱਚ ਪੀਲੂ ਦਾ ਕਿੱਸਾ ਲਿਖਿਆ ਗਿਆ। ਹਾਫਿਜ਼ ਦੀ ਬੋਲੀ ਉੱਪਰ ਕਿਸ ਭਾਸ਼ਾ ਦਾ ਪ੍ਰਭਾਵ ਹੈ? ਅਰਬੀ, ਹਿੰਦੀ, ਸੰਸਕ੍ਰਿਤ ਕਿ ਫਾਰਸੀ? ਤਾਂ ਸਹੀ ਉੱਤਰ ਹੈ ਸਾਡਾ ਸੱਸਾ, ਫਾਰਸੀ ਦਾ ਪ੍ਰਭਾਵ ਹੈ ਜਿਹੜਾ ਉਹ ਜ਼ਿਆਦਾ ਹੈ। ਅਹਿਮਦ ਗੁੱਜਰ ਨੇ ਕਿਹੜਾ ਕਿੱਸਾ ਲਿਖਿਆ? ਸੱਸੀ, ਹੀਰ, ਸੋਹਣੀ ਕਿ ਜ਼ੁਲੈਖਾਂ? ਤਾਂ ਸਹੀ ਉੱਤਰ ਹੈ ਸਾਡਾ ਆੜਾ, ਹੀਰ ਦਾ ਕਿੱਸਾ ਅਹਿਮਦ ਗੁੱਜਰ ਨੇ ਲਿਖਿਆ। ਸਦੀਕ ਲਾਲੀ ਨੇ ਕਿਹੜਾ ਕਿੱਸਾ ਲਿਖਿਆ? ਹੀਰ ਰਾਂਝਾ, ਸੱਸੀ ਪੁੰਨੂ, ਯੂਸਫ ਜ਼ੁਲੈਖਾਂ ਕਿ ਸੋਹਣੀ ਮਹੀਵਾਲ? ਤਾਂ ਸਹੀ ਉੱਤਰ ਹੈ ਸਾਡਾ ਈੜੀ, ਯੂਸਫ ਜ਼ੁਲੈਖਾਂ। ਸਦੀਕ ਲਾਲੀ ਕਿਸ ਭਾਸ਼ਾ ਦਾ ਵਿਦਵਾਨ ਸੀ? ਪੰਜਾਬੀ, ਅਰਬੀ, ਫਾਰਸੀ ਕਿ ਉਰਦੂ? ਤਾਂ ਸਹੀ ਉੱਤਰ ਹੈ ਸਾਡਾ ਆੜਾ, ਅਰਬੀ ਭਾਸ਼ਾ ਦਾ ਵਿਦਵਾਨ ਸੀ ਉਹ। ਮੀਆਂ ਚਿਰਾਗ ਨੇ ਕਿਹੜਾ ਕਿੱਸਾ ਲਿਖਿਆ? ਹੀਰ ਰਾਂਝਾ, ਸੋਹਣੀ ਮਹੀਵਾਲ, ਸੱਸੀ ਪੁੰਨੂ ਕਿ ਯੂਸਫ ਜ਼ੁਲੈਖਾਂ? ਤਾਂ ਸਹੀ ਉੱਤਰ ਹੈ ਸਾਡਾ ਊੜਾ, ਹੀਰ ਰਾਂਝਾ ਕਿੱਸਾ ਲਿਖਿਆ। ਮੀਆਂ ਚਿਰਾਗ ਦਾ ਸਮਾਂ ਕਿਹੜਾ ਸੀ? 983 ਤੋਂ 1520, 1521 ਤੋਂ 1707, 1799 ਤੋਂ 1849 ਕਿ 1708 ਤੋਂ 1799? ਤਾਂ ਸਹੀ ਉੱਤਰ ਹੈ ਸਾਡਾ ਆੜਾ, 1521 ਤੋਂ 1707। ਮੁਕਬਲ ਨੇ ਕਿਹੜਾ ਕਿੱਸਾ ਲਿਖਿਆ? ਸੱਸੀ ਪੁੰਨੂ, ਹੀਰ ਰਾਂਝਾ, ਸੋਹਣੀ ਮਹੀਵਾਲ ਕਿ ਉਪਰੋਕਤ ਕੋਈ ਨਹੀਂ? ਤਾਂ ਸਹੀ ਉੱਤਰ ਹੈ ਸਾਡਾ ਆੜਾ, ਹੀਰ ਰਾਂਝਾ। ਹਾਮਦ ਦੀ ਪ੍ਰਸਿੱਧ ਰਚਨਾ ਕਿਹੜੀ ਹੈ? ਹੀਰ, ਸੋਹਣੀ ਮਹੀਵਾਲ, ਯੂਸਫ ਜ਼ੁਲੈਖਾਂ ਕਿ ਸੱਸੀ ਪੁੰਨੂ? ਤਾਂ ਸਹੀ ਉੱਤਰ ਹੈ ਸਾਡਾ ਊੜਾ, ਹੀਰ, ਹਾਮਦ ਦੀ ਜਿਹੜੀ ਉਹ ਪ੍ਰਸਿੱਧ ਰਚਨਾ। ਚਿਰਾਗ ਅਵਾਨ ਦਾ ਕਿੱਸਾ ਕਿਹੜਾ ਹੈ? ਹੀਰ, ਸੋਹਣੀ ਮਹੀਵਾਲ, ਸੱਸੀ ਪੁੰਨੂ ਕਿ ਯੂਸਫ ਜ਼ੁਲੈਖਾਂ? ਤਾਂ ਸਹੀ ਉੱਤਰ ਹੈ ਸਾਡਾ ਊੜਾ, ਹੀਰ।
ਵਾਰਿਸ ਦੀ ਰਚਨਾ ਕਿਹੜੀ ਹੈ? ਵਾਰਿਸ ਸ਼ਾਹ ਦੀ। ਦੇਖੋ ਹੀਰ, ਜਿਉਣਾ ਮੋੜ, ਪੂਰਨ ਭਗਤ, ਭਰਥਰੀ ਹਰੀ। ਤੇ ਸਹੀ ਉੱਤਰ ਹੈ ਸਾਡਾ ਊੜਾ ਹੀਰ। ਇਹ ਸਨ ਕਿੱਸਾ ਕਾਵਿ ਨਾਲ ਸੰਬੰਧਿਤ ਇੰਪੋਰਟੈਂਟ ਪ੍ਰਸ਼ਨ ਉੱਤਰ। ਇਸ ਵੀਡੀਓ ਨੂੰ ਧਿਆਨ ਨਾਲ ਸੁਣੋ ਤੇ ਦੇਖੋ, ਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ।